6 numerical ਸਾਡੇ ਕੋਲ given ਆ, determine the surface area of the filament of a 100 watt incandescent lamp that radiating out it ਇਹ ਕੱਲ ਕੀਤਾ numerical ਆ 6th ਵੀ, ਚਲੋ ਦੁਬਾਰਾ ਕਰ ਰਹੇ ਆਪਾਂ ਇੱਕ ਵਾਰੀ 6 ਨੂੰ, ਨਹੀਂ sorry ਮੈਂ 5th ਪੜ ਰਿਹਾ ਸੀ। an indirectly heated filament, an indirectly heated filament is radiating maximum energy of a wavelength 2.16 into 10 raised to power minus 5 centimeter। ਉਹਨੇ ਕਿਹਾ ਜੀ ਕੋਈ ਤੁਹਾਡੇ ਕੋਲ ਐਸਾ ਚ ਫਿਲਾਮੈਂਟ ਆ ਜਿਹਨੂੰ ਹੀਟ ਕਰਦੇ ਪਏ ਹੋ ਔਰ ਉਹ ਜਿਹੜੀਆਂ ਰੇਡੀਏਸ਼ਨ ਅਮਿਟ ਕਰਦਾ ਪਿਆ, ਉਹਨਾਂ ਰੇਡੀਏਸ਼ਨ ਦੀ એનર્ਜੀ ਜਿਹੜੀ ਮੇਰੇ ਕੋਲ ਅਮਿਟ ਹੁੰਦੀ ਪਈ ਆ ਉਹਦੀ ਵੇਵਲੈਂਥ, ਯਾਨੀ ਆਪਣੇ ਕੋਲ ਲੈਮਡਾ ਦੱਸਦਾ ਬੇਟਾ ਉਹਨੇ 6 numerical ਦੇ ਅੰਦਰ ਆਪਣੇ ਕੋਲ ਲੈਮਡਾ ਡਿਫਾਈਨ ਕੀਤਾ ਉਹਨੇ ਕਿ ਜਿਹੜੀਆਂ ਰੇਡੀਏਸ਼ਨ ਉਹ ਅਮਿਟ ਕਰਦਾ ਪਿਆ ਉਹਨਾਂ ਰੇਡੀਏਸ਼ਨ ਦੀ ਵੇਵਲੈਂਥ 2.16 into 10 raised to power minus 5 centimeter given ਆ। ਉਸ ਤੋਂ ਬਾਅਦ ਉਹਨੇ ਕਿਹਾ ਜੀ find the net amount of heat lost per second per unit area, ਕਿੰਨੀ amount of energy ਉਹ loss ਕਰੇਗਾ per second per unit area। ਅਸੀਂ ਇਹਨੂੰ E ਨਾਲ ਡਿਫਾਈਨ ਕਰ ਦਿੰਦੇ, ਇੱਥੇ E એનર્ਜੀ ਲਈ ਨਹੀਂ ਹੈਗਾ, ਇੱਥੇ E ਮੇਰੇ ਕੋਲ ਜਿਹੜਾ ਹੋਏਗਾ that defines the amount of energy per second per unit area। ਇਹ ਉਸ ਪੂਰੀ ਟਰਮ ਨੂੰ ਰਿਪਰੈਜ਼ੈਂਟ ਕਰਦਾ ਪਿਆ। ਕਿਆ ਇੰਨੀ ਗੱਲ ਕਲੀਅਰ ਆ? Yes, sir. So amount of energy lost per second per unit area कहना जी find out करो if temperature of surrounding air is 13 degree Celsius। ठीक है, यानी आपा वेरिएबल फाइंड आउट करना सराउंडिंग दा टेंपरेचर T नॉट लिख दियो 13 डिग्री सेल्सियस आ। उस तो बाद अपने को जो गिवन आ वेन्स कांस्टेंट, अपने को जड़ा वेन्स कांस्टेंट गिवन आ B दी वैल्यू, ठीक है जी B अपने को गिवन है 0.288 ਤੁਹਾਡੇ ਕੋਲ ਜਿਹੜਾ मीटर केल्विन ਦੀ ਥਾਂ ਤੇ सेंटीमीटर केल्विन गिवन है, ठीक है। और दूजा अपने को ਜਿਹੜਾ SH ਕਹਿੰਦਾ ਜੀ स्टीफन कांस्टेंट गिवन है, सिग्मा ਦੀ वैल्यू ਇਹ ਵੀ CGS यूनिट ਚ गिवन है, ਸਾਰੇ ਦੇ ਸਾਰੀਆਂ ਟਰਮ ਤੁਹਾਡੇ ਕੋਲ CGS यूनिट ਚ गिवन है 5.77 into 10 raised to power minus 5 अर्ग, ठीक है जी। अर्ग पर सैकेंड ਜਿਹੜਾ ਵਾ ਇਹ ਆਪਾਂ ਜਿਹਦਾ ਵਾਟ ਲਿਖਦੇ ਆ ਜਾਊਲ ਪਰ ਸੈਕਿੰਡ ਨੂੰ ਇੱਥੇ ਉਹਨੇ अर्ग पर सेकंड ਦੀ ਫਾਰਮ ਚ ਟਰਮ ਦੱਸੀ ਆ अर्ग पर सेकंड, ठीक है, पर सेंटीमीटर स्क्वायर पर केल्विन पावर 4। क्या इतनी गल क्लियर है? Yes, sir. चलो Yes, sir. जल्दी जल्दी इस क्वेश्चन को सॉल्व करो। करना की इस क्वेश्चन दे अंदर और कंप्लीट कैलकुलेशन ਤੁਹਾਡੀ ਕਾਪੀ ਤੇ सॉल्व होनी चाहिए है। मैं कैमरे ऑन कराने 2 मिनट बाद, ठीक है जी। जल्दी जल्दी इस क्वेश्चन को ਇਹਦਾ ਆਨਸਰ ਜਿਹੜਾ ਦਿੱਤਾ 18.24 into 10 raised to power 8 ਜਾਊਲ ਪਰ ਸੈਕਿੰਡ ਪਰ ਮੀਟਰ ਸਕੁਅਰ, ਠੀਕ ਹੈ। ਮਤਲਬ ਉਹਨੇ ਆਨਸਰ SI यूनिट ਚ ਦਿੱਤਾ ਲਾਸਟ ਜਾ ਕੇ, ਠੀਕ ਹੈ। टेम्परेचर ਦਾ ਆਨਸਰ, ਹਾਂ ਬੱਚੇ टेम्परेचर ਦਾ ਆਨਸਰ ਕਿੰਨਾ ਆਇਆ ਬੋਲੋ? 1.03 into 10 raised to power 2। ਨਹੀਂ ਪੁੱਤ ਇਹਦਾ ਟੈਂਪਰੇਚਰ ਇਹਨੇ ਕੈਲਕੂਲੇਟ ਕੀਤਾ ਜਿਹੜਾ ਉਹ ਆ ਰਿਹਾ ਜੀ 13,333.3 ਕੈਲਵਿਨ। ਜਿਹੜਾ ਆਨਸਰ ਗਿਵਨ ਆ ਉਹ ਤੁਹਾਡੇ ਕੋਲ ਐਸਾ ਹੈਗਾ 13,333.3 ਕੈਲਵਿਨ, ਠੀਕ ਹੈ। ਇਤੋਂ ਤੁਸੀਂ ਇਹਦੀ ਵੈਲਿਊ ਪੁੱਟ ਅਪ ਕਰ ਲਓ। B ਤੁਹਾਡੇ ਕੋਲ 0.288 ਆ, ਸਾਰੇ ਆਪਾਂ CGS यूनिट ਚ ਰੱਖ ਕੇ ਚੱਲਾਂਗੇ, ठीक है जी। लैम्डा ਦੀ ਵੈਲਿਊ ਸਾਡੇ ਕੋਲ 2.16 into 10 raised to power minus 5 ਆ। ਵੈਸੇ ਹੀ ਆਪਾਂ ਚੈੱਕ ਕਰੀਏ ਤਾਂ 10 raised to power minus 5 ਉੱਪਰ +5 ਦੇ ਵਿੱਚ ਬੰਦੀ ਵੀ ਟਰਮ ਤੇ ਆਪਣਾ ਨੰਬਰ ਛੋਟਾ ਨਹੀਂ ਬਣਨਾ, ਟੈਂਪਰੇਚਰ ਮੇਰੇ ਕੋਲ ਬਹੁਤ ਹਾਇਰ ਵੈਲਿਊ ਚ ਆਏਗਾ। ਕਲੀਅਰ ਹੈ ਨੀ ਗੱਲ? यस सर। ਸੋ ਇਤੋਂ ਮੇਰੇ ਕੋਲ ਟੈਂਪਰੇਚਰ ਆ ਜਾਣਾ। ਮੁੜ ਕੇ ਇਹ ਟੈਂਪਰੇਚਰ ਗਿਵਨ ਬਾਡੀ ਦਾ ਆਇਆ, ਸਰਾਊਂਡਿੰਗ ਦਾ ਟੈਂਪਰੇਚਰ T ਨॉट ਗਿਵਨ। ਇਸ ਤੋਂ ਬਾਅਦ ਫਿਰ ਆਪਾਂ ਸੈਕਿੰਡ ਫਾਰਮੂਲਾ ਜਿਹੜਾ ਹੋਏਗਾ ਅਕੋਰਡਿੰਗ ਟੂ ਸਟੀਫਨਸ ਲਾਅ, ਫਿਰ ਸਟੀਫਨ ਲਾਅ ਦੇ ਅਕੋਰਡਿੰਗਲੀ ਆਪਣੇ ਕੋਲ ਜਿਹੜੀ ਅਮਾਉਂਟ ਆਫ એનર્ਜੀ ਪਰ ਸੈਕਿੰਡ ਪਰ ਯੂਨਿਟ ਏਰੀਆ ਵਾ, ਠੀਕ ਹੈ ਜੀ। ਇਹਦੇ ਲਈ ਫਾਰਮੂਲਾ ਤੁਸੀਂ ਐਪਸਾਈਲਨ ਸਿਗਮਾ ਇਨਟੂ T ਪਾਵਰ 4 माइनस T नॉट पावर 4, फिर मुड़ के आ फॉर्मूला यूज करो, ठीक है। एप्सिलॉन जे नहीं दिता होया ते तुहाडे लई क्वेश्चन च एप्सिलॉन दी वैल्यू 1 स्टैंड करदी है, ठीक है। सिग्मा अपने क्वेश्चन च गिवन हैगा वा, T इथों कैलकुलेटेड आ, ठीक है जी। T नॉट अपने क्वेश्चन च गिवन हैगा,
ਇਹਨਾਂ ਵੇਰੀਏਬਲ ਨੂੰ ਯੂਜ਼ ਕਰਕੇ ਫਿਰ ਤੁਹਾਡੇ ਕੋਲ ਅਮਾਉਂਟ ਆਫ એનર્ਜੀ ਪਰ ਸੈਕਿੰਡ ਪਰ ਯੂਨਿਟ ਏਰੀਆ ਆਣੀ। ਔਰ ਇੱਕ ਚੀਜ਼ ਜ਼ਰੂਰ ਕਰ ਲਿਓ, ਟੈਂਪਰੇਚਰ ਸੈਲਸੀਅਸ ਦੇ ਵਿੱਚ ਆ, ਇਥੋਂ ਟੈਂਪਰੇਚਰ ਕੈਲਵਿਨ ਦੇ ਵਿੱਚ ਆ ਦੋਨੋਂ ਦੇ ਦੋਨੋਂ ਟਰਮ ਜਿਹੜੀ ਯੂਜ਼ ਹੋਈ ਆ, ਬੀ ਯੂਜ਼ ਹੋਇਆ ਤੇ ਆ ਟਰਮ ਜਿਹੜੀ ਆ, ਇਹਨਾਂ ਚੋਂ ਸੈਂਟੀਮੀਟਰ ਕੈਂਸਲ ਹੋ ਕੇ ਟੈਂਪਰੇਚਰ ਮੇਰਾ ਕੈਲਵਿਨ ਚ ਆ, ਇਸ ਲਈ ਆ ਕੈਲਵਿਨ ਚ ਬਣਦਾ ਪਿਆ, ਆ ਸੈਲਸੀਅਸ ਚ ਆ, ਇਹਨੂੰ ਸੈਲਸੀਅਸ ਤੋਂ ਕੈਲਵਿਨ ਚ ਕਨਵਰਟ ਕਰਨਾ ਜ਼ਰੂਰੀ ਹੋਏਗਾ। ਕਲੀਅਰ ਹੈ ਨੀ ਗੱਲ? Yes, sir. ਸੋ ਆ ਦੋ ਫਾਰਮੂਲੇ ਲੱਗਨੇ ਬੇਟੇ, ਆ ਦੋ ਫਾਰਮੂਲੇ ਅਪਲਾਈ ਕਰਕੇ ਇਹਨੂੰ ਕੰਪਲੀਟ ਕਰੋ ਤੇ ਤੁਹਾਡੇ ਕੋਲ ਐਸੇ ਤੁਹਾਡੇ ਜਿਹੜਾ ਅਮਾਉਂਟ ਆਫ એનર્ਜੀ ਪਰ ਸੈਕਿੰਡ ਪਰ ਯੂਨਿਟ ਏਰੀਆ ਆ ਜਾਏਗਾ। कैलकुलेशन हो जाएगी बाद चो। Yes, sir. Yes, sir. Yes, sir. Seventh numerical, calculate the maximum amount of heat which may be lost per second by the radiation by a sphere 14 centimeter in diameter at a temperature of 227 degrees Celsius when placed in an enclosure at 27 degree Celsius। ठीक है, अपने को जो गिवन हो गया वो चुने आ कह देता कि तुहाडे कोल एक स्फीयर गिवन आ, ठीक है जी, स्फीयर दा टेंपरेचर जेड़ा तुहाडे कोल आ वो गिवन हैगा 227, ठीक है, 227 डिग्री सेल्सियस आ, और इनू एक एनक्लोजर च रखया होया ते एनक्लोजर दा टेंपरेचर T0 आ गया, एनक्लोजर दा टेंपरेचर मेरे को 27 डिग्री सेल्सियस आ, इन्ना समय लगदा पिया। Yes, sir. Yes, sir. और ਇਹਦਾ ਤੁਹਾਡੇ ਕੋਲ ਜਿਹੜਾ ਐਸਐਚ ਚ ਕਹਿੰਦਾ ਜੀ ਡਾਇਆਮੀਟਰ ਮੀਨ ਇਹਦਾ ਰੇਡੀਅਸ ਆਪਣੇ ਕੋਲ ਗਿਵਨ, ਠੀਕ ਹੈ। ਹੁਣ ਇਹਦਾ ਆਪਣੇ ਕੋਲ ਐਸਐਚ ਰੇਡੀਅਸ ਜਿਹੜਾ ਸਫੀਅਰ ਦਾ ਵਾ ਉਹ ਆਪਣੇ ਕੋਲ 7 ਸੈਂਟੀਮੀਟਰ ਆ, ਟੈਂਪਰੇਚਰ ਆਫ ਦਾ ਬੋਡੀ 227 plus 273 ਕੈਲਵਿਨ ਆ ਜਾਏਗਾ, ठीक है। T0 ਦੀ ਵੈਲਿਊ ਵੀ ਇੱਥੇ ਬਣਾ ਲਓ 27 plus 273, ठीक है, ਮੇਰੇ ਕੋਲ ਐਸਐਚ 300 ਕੈਲਵਿਨ ਬਣ ਗਿਆ ਤੇ ਇਹਦੇ ਵੀ ਐਸਐਚ ਲਿਖ ਲਓ ਆਪਣੇ ਕੋਲ ਕਿੰਨਾ ਆ ਗਿਆ 300 plus 200 500 ਕੈਲਵਿਨ ਆ ਗਿਆ। ਸੋ T और T0 दोनों गिवन है, रेडियस पुट आ गया मतलब तो मेरे को स्फीयर दा एरिया आ जाना, ठीक है। ते वी नो दैट एरिया ऑफ स्फीयर 4 पाई r स्क्वायर आ जाएगा, स्फीयर दा एरिया इन्वॉल्वड आ, ठीक है जी, वो मेरे को डिफाइन हो जाएगा। ते कैलकुलेट करन लई जेड़ा वेरिएबल ओ एक चीज ध्यान नाल चेक करियो, उन्हें कहा जी जो कैलकुलेट करना अमाउंट ऑफ हीट एनर्जी लॉस्ट पर सेकंड पर यूनिट एरिया किते नहीं आया, आ गल समझ लगी? Yes, sir. ਇਹਦਾ ਮਤਲਬ ਜਿਹੜਾ ਜਦੋਂ ਤੁਸੀਂ ਕੀ ਕੱਢਦੇ ਹੋ ਆਪਾਂ ਇਹਨੂੰ ਇਦਾਂ ਲਿਖ ਦਈਏ ਅਮਾਉਂਟ ਆਫ એનર્ਜੀ ਪਰ ਸੈਕਿੰਡ ਪਰ ਯੂਨਿਟ ਏਰੀਆ, ਠੀਕ ਹੈ। ਇਹ ਮੇਰੀ ਸਾਰੇ ਦੀ ਸਾਰੀ ਟਰਮ ਜਿਹੜੀ ਆ ਸਿਗਮਾ ਐਪਸਾਈਲਨ ਸਿਗਮਾ ਇਨਟੂ T ਪਾਵਰ 4 ਮਾਈਨਸ T0 ਪਾਵਰ 4, ਤੇ ਇਹਦੇ ਵਿੱਚੋਂ ਮੈਨੂੰ ਜਿਹੜੀ ਉਹਨੇ ਚੀਜ਼ ਪੁੱਛੀ એનર્ਜੀ ਬਾਈ ਟਾਈਮ ਆ, ਇਹ ਮਤਲਬ ਏਰੀਆ ਮੇਰਾ ਇਸ ਸਾਈਡ ਜਾਣਾ ਮੈਰ ਕੀ, ਠੀਕ ਆ, ਏਰੀਆ ਉਹਨੇ ਨਾਲ ਨਹੀਂ ਪੁੱਛਿਆ, ਇਸ ਲਈ ਜਿਹੜੀ ਟਰਮ ਤੁਸੀਂ ਕੈਲਕੂਲੇਟ ਕਰਨੀ ਆ ਉਹ ਆਪਣੇ ਕੋਲ E/T ਬਣਨੀ ਆ, ਇਸ ਲਈ ਆਪਣੇ ਲਈ ਫਾਰਮੂਲਾ ਐਪਸਾਈਲਨ ਸਿਗਮਾ इनटू T पावर 4 माइनस T0 पावर 4 इनटू एरिया। क्या आज चीज समझ लगी? Yes. Yes, sir. सो एरिया इस साइड ते यार की नाल मल्टीप्लाई च जाना बेटा, ते गिवन ओदे लिए अपने कोल की हैगा, कहंदा जी स्टीफन कांस्टेंट गिवन आ, सिग्मा अपने क्वेश्चन च गिवन हैगा वा, ठीक है। ते बाकी वेरिएबल अपने सारे हैगे, T भी अपने कोल गिवन है, T0 भी गिवन है, एरिया अपना एक 4 पाई r स्क्वायर तो आ जाना, ठीक है। एप्सिलॉन जे नहीं देता ते साडा 1 आ, तुसी हमेशा फार्मूला एप्सिलॉन दी फॉर्म च याद रखियो बच्चे, ठीक है। एप्सिलॉन नहीं देता होगा क्वेश्चन च एमिसिविटी ते साडे लिए 1 स्टैंड करदी है, सो एमिसिविटी 1 आ जो सिग्मा क्वेश्चन च हैगा, T ते T0 दोनों हैगे, एरिया ਆਪਾਂ इथों डेवलप कर लिया, ते आ मेरे कोल अमाउंट ऑफ एनर्जी पर यूनिट एरिया आ कैलकुलेट हो जू। क्या आ फार्मूला क्लियर है? Yes. हो जाएगा 7th न्यूमेरिकल। Yes, sir. चलो Yes, sir. इस तो बाद 8th न्यूमेरिकल देखो, 8th दी स्टेटमेंट करा शुरू। एट्थ करिए शुरू जे पढ़ लिया एक बारी। Yes, sir. चलो numerical given a man the surface area of whose skin is 2 meter square,
ठीक है। पर्सन का एरिया उन्हें दस दिता, बॉडी एरिया जो 2 मीटर स्क्वायर है, इज सिटिंग इन ए रूम वेयर एयर टेम्परेचर इज 20 डिग्री, एनक्लोजर हो गया, सराउंडिंग द टेम्परेचर आ गया 20 डिग्री। इफ हिज स्किन टेम्परेचर इज 28 डिग्री सेल्सियस, बॉडी हायर टेम्परेचर ते आ गई, ਇਹ ਮਤਲਬ बॉडी ਦੇ ਵਿੱਚੋਂ ਅਮਾਉਂਟ ਆਫ એનર્ਜੀ ਰੇਡੀਏਸ਼ਨ ਦੀ ਫਾਰਮ ਚ ਲਾਸ ਹੋਣੀ ਆ। ਠੀਕ ਹੈ, ਕਹਿੰਦਾ ਜੀ ਬॉडी ਟੈਂਪਰੇਚਰ ਉਹਦਾ 28 ਡਿਗਰੀ ਆ ਗਿਆ ਐਂਡ ਐਮਿਸਿਵਿਟੀ ਆਫ ਹਿਸ ਸਕਿਨ ਇਕੁਅਲ ਟੂ 0.97, ਐਮਿਸਿਵਿਟੀ ਐਪਸਾਈਲਮ ਵੀ ਗਿਵਨ ਹੈ ਕੀ। ਠੀਕ ਹੈ, ਫਾਈਂਡ ਦਾ ਰੇਟ at which the body loses heat, rate word ਆਇਆ ਵਾ, rate ਦਾ ਮਤਲਬ time involved ਆ। ਹੁਣ ਕਿਹਾ ਜੀ find the rate at which the body loses heat, ਮਤਲਬ ਤੁਸੀਂ heat energy lost per second ਕੱਢਣੀ ਆ। ਏਰੀਆ ਫਿਰ ਦੂਜੇ ਪਾਸੇ ਜਾਣਾ ਵਾ, ਇੰਨੀ ਗੱਲ ਸਮਝ ਲੱਗੀ? Yes, sir. ठीक है, सो अपने को ਜਿਹੜਾ 8th numerical ਹੈਗਾ, 8th numerical ਦੇ ਵੇਰੀਏਬਲ ਪੂਰੇ ਕਰੋ। ਆਪਣੇ ਕੋਲ ਏਰੀਆ ਆਫ ਦਾ ਸਕਿਨ ਗਿਵਨ ਹੈ 2 ਮੀਟਰ ਸਕੁਅਰ। ठीक है जी, उस तो बाद अपने को जो रूम का टेम्परेचर यानी अपने को T0 आ गया, T0 20 डिग्री सेल्सियस आ, बॉडी टेम्परेचर 28 डिग्री सेल्सियस आ, यूनिट कन्वर्ट कर लांगे केल्विन च। ठीक है जी, उस तो बाद एमिसिविटी ऑफ द स्किन एप्सिलम आ गया 0.97 आ। ठीक है, ते जेड़ा वेरिएबल उन्हें कैलकुलेट करनो क्या, वो अमाउंट ऑफ एनर्जी पर सेकंड आ, यानी ਆਪਾਂ अमाउंट ऑफ एनर्जी पर सेकंड कैलकुलेट करनी है। ਤੇ ਸਟੀਫਨ ਲਾਅ ਦੇ ਅਕੋਰਡਿੰਗਲੀ ਆਪਣੇ ਕੋਲ ਅਪਲਾਈ ਕਰ ਦੋ। ਵੀ ਨੋ ਦੈਟ ਅਮਾउंट ऑफ एनर्जी पर यूनिट एरिया पर यूनिट टाइम। ठीक है जी, ਇਹਦੀ ਵੈਲਿਊ ਸਾਡੇ ਕੋਲ ਐਪਸਾਈਲਮ ਸਿਗਮਾ t ਪਾਵਰ 4 ਮਾਈਨਸ t0 ਪਾਵਰ 4 ਤੇ ਕੈਲਕੂਲੇਟ ਕਰਨਾ ਸੀ એનર્ਜੀ ਬਾਈ ਟਾਈਮ। ਐਪਸਾਈਲਮ ਸਿਗਮਾ a into t ਪਾਵਰ 4 ਮਾਈਨਸ t0 ਪਾਵਰ 4 ਆ ਸਾਡਾ ਫਾਈਨਲ ਫਾਰਮੂਲਾ ਬਣੇਗਾ। क्लियर है फॉर्मूला? Yes, sir. Yes. Yes, sir. चलो 9th न्यूमेरिकल दी स्टेटमेंट पढ़ो। Ninth given, light from the moon is found to have a peak, ठीक है जी, और वेवलेंथ ऑफ मैक्सिमम एमिशन एट लैम्डा इक्वल टू 14 माइक्रोमीटर। उन्हें क्या जी, मून तो ਜਿਹੜੀਆਂ रेडिएशन आ रही ਉਹਦੀ वेवलेंथ लैम्डा ਦੱਸ ਦਿੱਤਾ ਉਹਨੇ, लैम्डा 14 into 10 raised to power minus 6 मीटर, 1 माइक्रो 10 raised to power minus 6 आ जाना। given Vane's constant B equal to, Vane's constant B ਦੀ वैल्यू given है 2.8988 into 10 raised to power minus 3 मीटर केल्विन। सौखा ही क्वेश्चन लास्ट वाला जेड़ा, कैलकुलेट टेम्परेचर ऑफ द मून, मून टेम्परेचर कैलकुलेट करना हो जू। Yes, sir. Yes, sir. केड़ा फार्मूला ला दिए? Vane's constant वाला. Vane's constant वाला, लैम्डा इक्वल टू b by t। आ फार्मूला दे विच अपने को दो वेरिएबल चाहिए, लैम्डा ते b, वो दोनों हैगे। हो जाएगा न्यूमेरिकल? Yes. Yes, sir. चलो एक न्यूमेरिकल लिखा रहे हैं, लिखो जरा स्टेटमेंट। लिखावा जी? Yes, sir. लिखो, इंपॉर्टेंट होएगा, बाद चो ट्राई करियो। अ रूम हीटर इज मेड ऑफ, अ रूम हीटर, a room heater is made of 10 polished, a room heater is made up of 10 polished thin tubes of copper। a room heater is made of 10 polished thin tubes of copper, each 1 meter long, each 1 meter long and 5 centimeter in diameter, each 1 meter long and 5 centimeter in diameter। Full stop। If hot water at 70 degrees Celsius, if hot water at 70 degrees Celsius circulate constantly
if hot water at 70 degrees Celsius circulate constantly through the tubes, then calculate amount of heat radiated in 1 hour amount of heat radiated in 1 hour in a room where average temperature is, calculate amount of heat radiated in 1 hour in a room where average temperature is 15 degrees Celsius, where average temperature is 15 degree Celsius. Given emissivity of copper, given emissivity of copper 4 into 10 raised to power minus 2, emissivity of copper 4 into 10 raised to power minus 2 calorie per degree, 4 into 10 raised to power minus 2 calorie per degree per second, calorie per degree per second per meter square, calorie per degree per second per meter square. पूरी स्टेटमेंट एक बार दोबारा बोल रहे हैं, दोबारा उन्हें कंपेयर कर लो. A room heater is made up of 10 polished thin tubes of copper, each 1 meter long and 5 centimeter in diameter. Full stop. If hot water at 70 degrees Celsius circulate constantly through the tubes, then calculate amount of heat radiated in 1 hour, in a room where average temperature is 15 degrees Celsius. Given emissivity of copper 4 into 10 raised to power minus 2 calorie per degree per second per square meter. क्या लिख लिया सारे ने? Yes, सर sir. पर डिग्री तो बाद बोले हो. कैलोरी पर डिग्री पर सेकंड पर मीटर स्क्वायर. आंसर नोट कर लो जी, आंसर आएगा 1.245. इंपॉर्टेंट क्वेश्चन ट्राई जरूर करियो. 1.245 into 10 raised to power 4 calorie. 1.245 into 10 raised to power 4 calories. 1.245 into 10 raised to power 4 calories. नोट कर लिया? Yes, sir. चलो ਹੁਣ ठीक है, ਆਪਾਂ ਜੇ ਐਸਾ 7D ਦੇ ਨੂਮੈਰੀਕਲ ਸ਼ੁਰੂ ਕਰਨੇ ਆ ਤੇ ਉਹਦੇ ਚ ਆਪਣੇ ਕੋਲ ਸਭ ਤੋਂ ਪਹਿਲੀ ਚੀਜ਼ ਜਿਹੜੀ ਹੈ ਨਾ ਉਹ ਡਿਫਰੈਂਟ ਸਕੇਲ ਆਫ ਟੈਂਪਰੇਚਰ ਤੇ ਪੁੱਤ ਜਿਹੜੀਆਂ ਡਿਫਰੈਂਟ ਸਕੇਲਸ ਨੇ ਉਹਨਾਂ ਨੂੰ ਆਪਸ ਚ ਲਿੰਕ ਕਰਨਾ ਹੋਵੇ, ਠੀਕ ਹੈ, ਕਿ ਇੱਕ ਤੋਂ ਦੂਜੀ ਸਕੇਲ ਚ ਕਨਵਰਜਨ ਜਿਹੜੀ ਹੈ, ਠੀਕ ਹੈ, ਉਹਦੇ ਲਈ ਆਪਣੇ ਕੋਲ ਸੈਲਸੀਅਸ ਸਕੇਲ ਮਾਈਨਸ ਲੋਅਰ ਪੁਆਇੰਟ ਜਨਰਲ ਫਾਰਮੂਲਾ ਇੱਕ ਲਿਖ ਰਿਆ ਆ, ਇੱਕ ਜਨਰਲ ਫਾਰਮੂਲਾ ਹੋਏਗਾ ਸਕੇਲ ਮਾਈਨਸ ਲੋਅਰ ਪੁਆਇੰਟ ਓਵਰ ਅਪਰ ਪੁਆਇੰਟ ਮਾਈਨਸ ਲੋਅਰ ਪੁਆਇੰਟ. ਇਹਦੇ ਅਕੋਰਡਿੰਗਲੀ ਤੁਸੀਂ ਡਿਫਰੈਂਟ ਸਕੇਲ ਨੂੰ ਕੋਰਿਲੇਟ ਕਰੀ ਚਲੋ. ਸੈਲਸੀਅਸ ਸਕੇਲ ਦਾ ਜਿਹੜਾ ਫ੍ਰੀਜ਼ਿੰਗ ਪੁਆਇੰਟ ਉਹ 0 ਡਿਗਰੀ ਸੈਲਸੀਅਸ ਹੈ ਤੇ ਬੋਇਲਿੰਗ ਪੁਆਇੰਟ 100 ਡਿਗਰੀ ਹੈ. ਉਹਦੇ ਅਕੋਰਡਿੰਗਲੀ ਆਪਣਾ ਫਾਰਮੂਲਾ ਜਿਹੜਾ ਉਹ C-0 ਓਵਰ 100 - 0 ਆ ਜਾਂਦਾ. ਜੇ ਇਹਨੂੰ ਕੈਲਵਿਨ ਸਕੇਲ ਨਾਲ ਲਿੰਕ ਕਰੀਏ, ਕੈਲਵਿਨ ਦਾ ਲੋਅਰ ਪੁਆਇੰਟ ਆਪਣਾ 273 ਤੇ ਅਪਰ ਪੁਆਇੰਟ ਆਪਣਾ 373 ਹੈ. ਇਹ ਮਤਲਬ ਕੈਲਵਿਨ ਸਕੇਲ ਦੇ ਹਿਸਾਬ ਨਾਲ K-273 over 373 minus 273 ਆ ਜਾਣਾ. ਇਹਦੇ ਫੈਰਨਹਾਈਟ ਸਕੇਲ ਲਿਖਣੀ ਹੋਵੇ, ਲੋਅਰ ਪੁਆਇੰਟ 32 ਆ, ਅਪਰ ਪੁਆਇੰਟ ਉਹਦਾ ਜਿਹੜਾ ਮੇਰੇ ਕੋਲ ਐਸਐਚ ਕਹਿੰਦਾ ਜੀ ਜਿਹੜਾ 212 ਆ ਜਾਣਾ. ਇਹਦਾ ਮਤਲਬ ਮੇਰੇ ਕੋਲ ਇੱਥੇ ਜਿਹੜੀ ਵੈਲਿਊ ਆ ਫੈਰਨਹਾਈਟ ਮਾਈਨਸ ਲੋਅਰ ਪੁਆਇੰਟ
ओवर अपर माइनस कहना जी ओदा लोअर पॉइंट। ठीक है, एक चौथी स्केल होर लिख रहा किसी मोमेंट ते यूज आ जाती ओनू र्यूमर स्केल कहने हो ते ओदी स्केल दा लोअर पॉइंट जेड़ा वो 0 आ, अपर पॉइंट ओदा जेड़ा असि 80 लेने। ठीक है, आ मेरे को एसएच कहना जी डिफरेंट स्केल नु असि कोरिलेट करदे हां। क्या फर्स्ट फार्मूला क्लियर है? Yes, sir. Yes, sir. Yes, sir. ਸੈਕਿੰਡ ਤੁਹਾਡੇ ਕੋਲ ਇਸ ਚੈਪਟਰ ਚ ਅਸੀਂ ਟੌਪਿਕ ਪੜਿਆ ਸੀ ਜਿਹੜਾ ਉਹ ਸੀਗਾ ਥਰਮਲ ਐਕਸਪੈਂਸ਼ਨ ਆਫ ਅ ਸੋਲਿਡ, ਜਿਸ ਚ ਅਸੀਂ ਤਿੰਨ ਤਰ੍ਹਾਂ ਦੀ ਕਹਿੰਦਾ ਜੀ ਐਕਸਪੈਂਸ਼ਨ ਕਹੀ ਸੀਗੀ, ਲੀਨੀਅਰ, ਸੁਪਰਫੀਸ਼ੀਅਲ ਤੇ ਵੋਲੀਅਮ। ਠੀਕ ਹੈ, ਤਿੰਨ ਕੋਐਫੀਸ਼ੀਐਂਟ ਡਿਫਾਈਨ ਕੀਤੇ ਸੀ ਆਪਾਂ। ਇੱਕ ਐਲਫਾ ਸੀਗਾ, ਚੇਂਜ ਇਨ ਲੈਂਥ ਓਵਰ ओरिजिनल ਲੈਂਥ ਇਨਟੂ ਚੇਂਜ ਇਨ ਟੈਂਪਰੇਚਰ। ਠੀਕ ਹੈ, ਇੱਕ ਕੋਐਫੀਸ਼ੀਐਂਟ ਬੀਟਾ ਸੀਗਾ, change in area over original area into change in temperature। ਇਹਦੇ ਵੋਲੀਅਮ ਦੀ ਫਾਰਮ ਸੀਗਾ change in volume over original volume into change in temperature। clear ਆ? Yes. Yes, sir. ਚਲ ਫਿਰ ਇੱਕ ਇਹਦੇ ਵਿੱਚ ਅਸੀਂ ਇਹ ਲਿਖਤਾ ਸੀ ਬੀਟਾ ਤੇ ਐਲਫਾ ਨੂੰ ਲਿੰਕ ਕਰੀਏ ਤਾਂ ਬੀਟਾ ਇਕੁਅਲ ਟੂ 2 ਐਲਫਾ। ਠੀਕ ਹੈ ਜੀ, ਜਿਹੜਾ ਏਰੀਅਲ ਐਕਸਪੈਂਸ਼ਨ ਆ ਉਹ ਲੀਨੀਅਰ ਐਕਸਪੈਂਸ਼ਨ ਤੋਂ ਡਬਲ ਆ। ठीक है, ਜਿਹੜਾ क्यूबिकल एक्सपेंशन ਆ ਉਹ ਮੇਰੇ ਕੋਲ ਲੀਨੀਅਰ ਐਕਸਪੈਂਸ਼ਨ ਤੋਂ 3 ਟਾਈਮ ਆ ਤੇ ਜਿਹੜਾ ਗਾਮਾ ਦੀ ਵੈਲਿਊ ਐਸ ਸੱਚ ਮੇਰੇ ਕੋਲ 1.5 ਟਾਈਮ ਬੀਟਾ। ਬੀਟਾ ਤੇ ਅਲਫਾ, ਗਾਮਾ ਤੇ ਅਲਫਾ, ਬੀਟਾ ਤੇ ਗਾਮਾ ਤੇ ਬੀਟਾ ਆਪਸ ਵਿੱਚ ਰਿਲੇਸ਼ਨ। क्या आप क्लियर है जी? Yes, sir. Yes. चल स्टार्टिंग न्यूमेरिकल पहलो ਇਹਦੇ ਆਣੇ, ਪਹਿਲੋ ਇੰਨੇ ਨਾਲ ਗੱਲ ਕਰਾਂਗੇ ਔਰ ਦੋ ਫਾਰਮੂਲੇ ਹੋਰ ਐਡ ਕਰ ਦਵਾਂ। ਆਪਾਂ ਸਪੈਸਿਫਿਕ ਹੀਟ ਕੈਪੈਸਿਟੀ ਪੜਿਆ ਸੀ। ਠੀਕ ਹੈ, ਤੇ ਡੈਲਟਾ Q ਦਾ ਫਾਰਮੂਲਾ ਸਪੈਸਿਫਿਕ ਹੀਟ ਕੈਪੈਸਿਟੀ ਦੀ ਫਾਰਮ ਚ ms ਡੈਲਟਾ ਥੀਟਾ ਤੇ ਟੈਂਪਰੇਚਰ ਦੀ ਚੇਂਜ ਦੀ ਜਗ੍ਹਾ ਤੇ ਸਟੇਟ ਚੇਂਜ ਆ ਜਾਏ ਤੇ ਫਿਰ Q ਦਾ ਫਾਰਮੂਲਾ ml ਦੀ ਫਾਰਮ ਚ। ਕੀ ਇੰਨਾ ਕਲੀਅਰ ਆ? Yes, sir. चलो फर्स्ट न्यूमेरिकल, फर्स्ट तो शुरू कर रहे हैं। At what temperature, if any of the following pair of a scale that give the same reading, Celsius scale and Fahrenheit। ਉਹਨੇ ਕਿਹਾ ਜੀ ਕਿਹੜੀ ਇੱਕ ਟੈਂਪਰੇਚਰ ਵੈਲਿਊ ਇਦਾਂ ਦੀ ਆਏਗੀ ਜਿਸ ਚ ਸੈਲਸੀਅਸ ਤੇ ਟੈਂਪਰੇਚਰ ਸਕੇਲ ਜਿਹੜਾ ਸੇਮ ਵੈਲਿਊ ਦਿੰਦੀ। ਤੇ ਇਹਦਾ ਮਤਲਬ ਸਿੰਪਲ ਆ ਹੋਏਗਾ ਬੇਟਾ, ਜੇ ਆ ਰਿਲੇਸ਼ਨ ਆਂਦਾ ਤੁਸੀਂ ਸੈਲਸੀਅਸ ਸਕੇਲ ਤੇ ਦੂਜੀ ਉਹਨੇ ਫਾਰਨਹਾਈਟ ਸਕੇਲ ਕਹੀ ਆ, ਦੋਨਾਂ ਨੂੰ ਇਕੁਏਟ ਕਰ ਦਿਓ। ਦੋਨਾਂ ਚ C ਤੇ F ਨੂੰ ਤੁਸੀਂ ਕਾਮਨ ਵੇਰੀਏਬਲ ਬਣਾ ਕੇ ਇਕੁਏਟ ਕਰਾ ਲਓ। ਇਹਦਾ ਮਤਲਬ ਮੇਰੇ ਕੋਲ ਉਹਦੇ ਕੁਐਸਚਨ ਦੇ ਅਕੋਰਡਿੰਗਲੀ ਜੇ ਫਸਟ ਨਿਊਮੈਰੀਕਲ ਲਈਏ, ਠੀਕ ਹੈ, ਤੇ ਸੈਲਸੀਅਸ ਤੇ ਫਾਰਨਹਾਈਟ ਸਕੇਲ ਦੇ ਅੰਦਰ ਅਸੀਂ ਜਿਹੜਾ ਕਾਮਨ ਟੈਂਪਰੇਚਰ ਮੰਨਦੇ ਉਹਨੂੰ x ਮੰਨ ਲਓ। ਲੈਟ ਕਾਮਨ ਟੈਂਪਰੇਚਰ ਮੇਰੇ ਕੋਲ ਜਿਹੜਾ ਹੋਏਗਾ, ਲੈਟ ਕਾਮਨ ਟੈਂਪਰੇਚਰ ਆਫ ਸੈਲਸੀਅਸ ਐਂਡ ਫਾਰਨਹਾਈਟ ਸਕੇਲ ठीक है, ਉਹਦੀ ਵੈਲਿਊ ਨੂੰ x ਮੰਨ ਲੈਣੇ ਤੇ देयरफॉर x ਲੈ ਕੇ ਆ ਦੋ ਸਕੇਲ ਸਿਰਫ ਕੰਪੇਅਰ ਕਰਾ ਦਿਓ। देयरफॉर ਆਪਣੇ ਕੋਲ ਆ ਜਾਏਗਾ x - 0, ਬੇਸ਼ੱਕ ਸਿੱਧਾ ਲਿਖ ਰਹੇ ਹਾਂ ਇਹਨੂੰ, x by 100 equal to f - 32 by 180। ਠੀਕ ਹੈ ਜੀ, ਆ ਦੋਨਾਂ ਥਾਵਾਂ ਤੇ x ਆ ਜਾਣਾ, ਇਹਨੂੰ ਸੋਲਵ ਕਰ ਦਿਓ ਤੇ x ਦੀ ਵੈਲਿਊ ਬਣ ਜਾਏਗੀ। ਕੀ ਕਲੀਅਰ ਹੈ ਫਸਟ ਪਾਰਟ? फर्स्ट पार्ट समझ लग गया जी? Yes, sir. ਇਹਦੇ ਸੈਕਿੰਡ ਪਾਰਟ ਚ ਉਹਨੇ ਕਿਹਾ ਫਾਰਨਹਾਈਟ ਤੇ ਕੈਲਵਿਨ ਸਕੇਲ। ਹੁਣ ਆਪਾਂ ਫਿਰ ਫਾਰਨਹਾਈਟ ਤੇ ਕੈਲਵਿਨ ਨੂੰ ਇਕੁਏਟ ਕਰਾ ਲੈਣੇ ਤੇ ਮੈਂ ਦੂਜੀ ਵਾਰੀ ਕਰੀਏ ਤੇ ਆਪਣੇ ਕੋਲ ਕੀ ਆ ਜਾਏਗਾ, x - 273 over 100 equal to f ਦੀ ਥਾਂ ਤੇ ਵੀ x ਕਹਿੰਦਾ ਜੀ ਮੇਰੇ ਕੋਲ ਆ ਜਾਏਗਾ 32 over 180। ਦੂਜੀ ਵਾਰੀ ਇਹਨੂੰ ਇਕੁਏਟ ਕਰਾ ਲਓ ਤਾਂ ਇਹਦੇ ਵਿੱਚੋਂ x ਕੈਲਕੂਲੇਟ ਕਰ ਲਓ, ਇਹ ਤੁਹਾਡਾ ਫਰਸਟ ਨਿਊਮੈਰੀਕਲ ਬਣ ਜਾਣਾ। ਕੀ ਫਰਸਟ ਕਲੀਅਰ ਆ? Yes, sir. Yes, sir. सेकंड न्यूमेरिकल हैगा अ सेल्सियस एंड थोड़े सौखे पुत इसलिए थोड़े स्पीड ना चलांगा। सेकंड न्यूमेरिकल हैगा अ सेल्सियस एंड फारेनहाइट थर्मोमीटर इज पुट इन एन ऑयल बाथ। ठीक है, रीडिंग ऑफ द फारेनहाइट इज 3/2 टाइम्स द रीडिंग ऑन द सेल्सियस थर्मोमीटर। यानी क्वेश्चन दी कंडीशन दे अकॉर्डिंगली अपन सेकंड लाइन च एक लाइन मिल रही है कि फारेनहाइट दी रीडिंग जेडी होएगी F आ गई। ठीक है, ये 3/2 टाइम्स होएगी जेडी रीडिंग मेरे को कहना जी SH सेल्सियस थर्मोमीटर च मिलदी पई आ। क्या आ लाइन क्लियर है? yes, sir. Yes. Yes, sir. ਉਹਨੇ ਕਿਹਾ ਜੀ व्हाट इज द टेंपरेचर ऑफ बाथ ऑन सेल्सियस फैरनहाइट ਤੇ ਮੁੜ ਕੇ ਜਾ ਕੇ ਕੈਲਵਿਨ ਚ ਵੀ ਕੱਢ ਦੋ। ਸੈਲਸੀਅਸ ਦੇ ਵਿੱਚ ਵੀ ਕੈਲਵਿਨ ਦੇ ਵਿੱਚ ਵੀ
ਤੇ ਫੈਰਨਹਾਈਟ, ਤਿੰਨਾਂ ਦੇ ਵਿੱਚ ਤੁਸੀਂ ਉਹਦੀ ਟੈਂਪਰੇਚਰ ਵੈਲਿਊ ਦੱਸਣੀ ਆ। ਤੁਸੀਂ ਇਹਦੇ ਵਿੱਚ ਐਫ ਦੀ ਜਿਹੜੀ ਇਕੁਏਸ਼ਨ ਕਹਿੰਦਾ ਜੀ ਮੇਰੇ ਕੋਲ ਬਣਦੀ ਉਹ ਫੈਰਨਹਾਈਟ ਸਕੇਲ ਦੇ ਅੰਦਰ ਤੇ ਸੈਲਸੀਅਸ, ਉਹ ਇਸ ਫਾਰਮੂਲੇ ਨਾਲ ਇਕੁਏਟ ਕਰ ਦੋ, ਤੁਹਾਡੇ ਕੋਲ ਫੈਰਨਹਾਈਟ ਤੇ ਸੈਲਸੀਅਸ ਲਿੰਕ ਹੋ ਜਾਓਗੇ। ਤੇ ਆ ਕਲੀਅਰ ਆ? Yes, sir. Yes, sir. ਦੋ ਸਕੇਲ ਦੀਆਂ ਵੈਲਿਊਜ਼ ਪੁੱਟ ਅਪ ਕਰਨੀਆਂ, ਇੱਕ ਪਾਸੇ ਤੁਹਾਡੇ ਕੋਲ ਸੈਲਸੀਅਸ ਤੇ ਇੱਕ ਪਾਸੇ ਕੈਲਵਿਨ ਹੋ ਜੂ। Yes, sir. Yes, sir. एक सेकंड होल्ड, सेकंड हो जाएगा। Yes, sir. चल थर्ड हैगा ਤੁਹਾਡੇ ਕੋਲ numerical। एक्चुअली टेम्परेचर स्केल्स वाले ਹੁਣ ਆਪਣੇ numerical ਜਿਹੜੇ ਨੇ ਉਹ ਉਦਾਂ ਸਿਲੇਬਸ ਤੋਂ ਉਹਨਾਂ ਨੇ ਡਿਲੀਟ ਕਰਤੇ ਆ। थर्ड हैगा how much should the temperature of a brass rod be increased so as to increase the length by 1%। ਉਹਨੇ ਆਪਾਂ ਨੂੰ ਕੁਐਸਚਨ 'ਚ ਕਿਹਾ ਵਾ ਕਿ ਵੀ ਐਸ ਸੱਚ ਬ੍ਰਾਸ ਰੋਡ ਦਾ ਟੈਂਪਰੇਚਰ ਮੈਂ ਕਿੰਨਾ ਚੇਂਜ ਕਰਾਂ, ਠੀਕ ਹੈ, ਇਨਕਰੀਜ਼ ਕਰਾਂ, ਸੋ ਐਸ ਟੂ ਇਨਕਰੀਜ਼ ਦਾ ਲੈਂਥ ਬਾਈ 1%। ਮਤਲਬ ਰੋਡ ਦੀ ਲੈਂਥ 1% ਅੱਗੇ ਨਾਲੋਂ ਇਨਕਰੀਜ਼ ਹੋ ਜਾਵੇ ਬੇਟਾ, ਤੇ ਇਹਦਾ ਮਤਲਬ ਜਿਹੜੀ ਲੈਂਥ ਦੀ ਪਰਸੈਂਟੇਜ ਚੇਂਜ ਆ ਉਹਨੂੰ ਲਿਖਾ ਤੇ ਆਪਣੇ ਕੁਐਸਚਨ ਦੇ ਅਕੋਰਡਿੰਗਲੀ ਉਹਨੇ ਆ ਕਿਹਾ ਵਾ ਡੈਲਟਾ L ਬਾਈ L ਜਿਹੜਾ ਵਾ, ਠੀਕ ਹੈ ਜੀ, ਇਹਦੀ ਵੈਲਿਊ 1%। ਕਿਆ ਆ ਚੀਜ਼ ਸਮਝ ਲੱਗੀ? Yes, sir. Yes. ਪਰ ਇਹ 1% ਚੇਂਜ ਲੈ ਕੇ ਆਉਣ ਲਈ ਮੈਂ ਟੈਂਪਰੇਚਰ ਕਿੰਨਾ ਚੇਂਜ ਕਰਨਾ, ਯਾਨੀ ਡੈਲਟਾ ਟੀ ਕਿੰਨਾ ਬਣੇ ਮੇਰਾ, ਤੇ ਉਹਦੇ ਲਈ ਉਹਨੇ ਕੋਐਫੀਸ਼ੀਐਂਟ ਦੀ ਵੈਲਿਊ ਤੁਹਾਡੇ ਕੋਲ ਦੱਸ ਦਿੱਤੀ ਕਿ ਵੀ ਟੈਂਪਰੇਚਰ ਆਫ ਗਿਵਨ, ਇੱਕ ਵਰਡ ਇੱਥੇ ਮਿਸਿੰਗ ਆ ਬੇਟਾ, ਗਿਵਨ ਟੈਂਪਰੇਚਰ ਕੋਐਫੀਸ਼ੀਐਂਟ ਆਫ ਲੀਨੀਅਰ ਐਕਸਪੈਂਸ਼ਨ, ਇਹ ਟੈਂਪਰੇਚਰ ਨਹੀਂ ਹੈਗਾ। ਗਿਵਨ ਟੈਂਪਰੇਚਰ ਕੋਐਫੀਸ਼ੀਐਂਟ ਆਫ ਲੀਨੀਅਰ ਐਕਸਪੈਂਸ਼ਨ ਫॉर ਬ੍ਰਾਸ ਇਜ਼, ਉਹਦੀ ਵੈਲਿਊ ਅਲਫਾ ਦੀ ਗਿਵਨ ਆ, अल्फा 0.00002 पर डिग्री सेल्सियस गिवन अल्फा हैगा, ठीक है। ते एज सच जे नु सॉल्व करना सिंपली अपन अल्फा दा फार्मूला यूज कर लिए, कोएफिशिएंट ऑफ लीनियर एक्सपेंशन दा फार्मूला हैगा चेंज इन लेंथ बाय ओरिजिनल लेंथ इनटू चेंज इन टेंपरेचर। क्या आ चीज क्लियर है? ठीक है, ते ए तो तुसी Yes, sir. हां जी अमन जी क्लियर है? Yes, sir. तो डेल्टा टी दी वैल्यू डेल्टा L बाय L इनटू अल्फा आ जानी है, ते आ डेल्टा L बाय L अपने कोल 1% यानी एदी वैल्यू 1/100 गिवन आ, ठीक है। अल्फा दी वैल्यू नाल अपने कोल हैगी है 0.00002। आ सॉल्व कर दियो तो जितना आ गया उतना ਤੁਹਾਡੇ ਕੋਲ डेल्टा टी दी वैल्यू डिफाइंड हो जू। क्या हो जाएगा न्यूमेरिकल? Yes, sir. Yes, sir. चलो फोर्थ न्यूमेरिकल, फोर्थ हैगा show that coefficient of area expansion of a rectangular sheet of solid is twice its linear expansivity। फिर लाइन रिपीट कर रहे हैं, दोबारा सुनियो। show that coefficient of area expansion, coefficient of area expansion बीटा नु कहने आ, of a rectangular sheet, ਤੁਹਾਡੇ ਕੋਲ ਇੱਕ sheet rectangular shape ਚ given ਆ solid ਦੀ, ਉਹ ਕਹਿੰਦਾ ਜੀ ਬੀਟਾ ਦੀ ਵੈਲਿਊ ਟਵਾਈਸ ਆ ਲੀਨੀਅਰ ਐਕਸਪੈਂਸਿਵਿਟੀ, ਲੀਨੀਅਰ ਐਕਸਪੈਂਸਿਵਿਟੀ ਅਲਫਾ ਨੂੰ ਕਹਿੰਦੇ, ਯਾਨੀ ਮੈਨੂੰ ਉਹਨੇ ਆ ਰਿਲੇਸ਼ਨ ਦੁਆਰਾ ਡਰਾਈਵ ਕਰਨ ਨੂੰ ਕਿਹਾ ਬੀਟਾ ਇਕੁਅਲ ਟੂ 2 ਅਲਫਾ। ਆਲਰੇਡੀ ਆਪਾਂ ਰਿਲੇਸ਼ਨ ਨੇ ਡਰਾਈਵ ਕੀਤਾ ਹੋਇਆ ਵਾ, ਉਹੀ ਰਿਲੇਸ਼ਨ ਉਹਨੇ ਕੁਐਸਚਨ ਬਣਾ ਕੇ ਪੁੱਛਿਆ ਵਾ। ਹੋ ਜੂ ਫੋਰਥ numerical? Yes, Yes, sir. sir. Yes, sir. फोर्थ ਦੇ ਅੰਦਰ ਆ ਰਿਲੇਸ਼ਨ ਡਰਾਈਵ ਕਰ ਦੋ, ਰਿਲੇਸ਼ਨ ਡਿਰਾਈਵ ਰਿਲੇਸ਼ਨ ਬੀਟਾ ਇਕੁਅਲ ਟੂ 2 ਅਲਫਾ। ਆ ਉਹਨੇ ਕੁਐਸਚਨ numerical ਬਣਾਇਆ ਆਪਣਾ, ਕਰ ਲੂੰਗੇ ਇਹ ਵਾਲਾ? हाँ जी sir. Yes, sir. फिफ्थ, चलो इथे रोकन लग्या।